है ना, फर्क तो नहीं पिया। ਜਿਹੜਾ ਕੋਈ ਮਾੜਾ ਠੀਕ ਹੁੰਦਾ ਹੈ ਉਹ ਮਿੰਟਾਂ ਥੋੜੀ ਜਿਹੀ ਘੱਟ ਘਟਾਉਂਦਾ ਹੈ, ਜਿਹੜਾ ਕੋਈ ਜ਼ਿਆਦਾ ਚੀੜਾ ਹੁੰਦਾ ਉਹ 4 ਮਿੰਟਾਂ ਵੱਧ ਘਟਾਉਂਦਾ ਹੀ ਹੁੰਦਾ ਰਿਹਾ ਅੱਜ ਤੇ ਪਿਛਲੇ ਕਈ ਸਾਲਾਂ ਤੋਂ। ਉੱਤੇ ਵੀ ਦੋ ਹੀ ਚਿਹਰੇ ਸੀ ਪਹਿਲਾਂ ਵੀ ਜੇ ਅਕਾਲੀ ਦਲ ਵਾਲੇ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੈ, ਜੇ ਕਾਂਗਰਸ ਆ ਜਿਹਦੇ ਕੈਪਟਨ ਅਮਰਿੰਦਰ ਸਿੰਘ ਹੈ। ਐਤਕੀ ਕੈਪਟਨ ਵਾਲਾ ਯਾਰ ਨਿਬੜ ਗਿਆ, ਚਲੋ ਚੰਨੀ ਆ ਗਿਆ ਨਵਾਂ ਡਰਾਮੇ ਬਸ। ਪਰ ਉਹਨੇ ਤਾਂ ਸੁਖਬੀਰ ਬਾਦਲ ਤੋਂ ਵੀ ਤੁਹਾਡੇ ਤੁਰਤੇ ਚੰਨੀ ਦਿੱਤੇ ਆ। ਪਹਿਲਾਂ ਲੋਕੀ ਸੁਖਬੀਰ ਬਾਦਲ ਨੂੰ ਕਹਿੰਦਾ ਸੀ ਵੀ ਇਹ ਗੱਪੀ ਬੜਾ ਹੈ, ਐਤਕੀ ਚੰਨੀ ਨੇ ਉਹਦਾ ਰਿਕਾਰਡ ਤੋੜਤਾ ਗੱਪਾਂ ਨੇ। ਪਰ ਫਰਕ ਇੱਕੋ ਹੀ ਹੈ, ਜੇ ਤਾਂ ਜਵਾਕਾਂ ਦਾ ਚੰਗਾ ਸੁੱਖ ਦੁੱਖ ਚਾਹੁੰਦੇ ਹੋ, ਜੇ ਤਾਂ ਨਵੀਂ ਸਰਕਾਰ ਦੇ ਵਿੱਚ ਨਵਾਂ ਸਿਸਟਮ ਚਾਹੁੰਦੇ ਹੋ, ਫਿਰ ਤਾਂ ਆਮ ਆਦਮੀ ਪਾਰਟੀ ਦਾ ਖਿਆਲ ਕਰਿਓ ਜ਼ਰੂਰ। ਇੱਕ ਤਾਂ ਤੁਹਾਡੇ ਪਿੰਡ ਝੰਡੇ ਲੱਗ ਜਾਂਦੇ, ਆਹ ਡਰ ਲੱਗਣ ਲੱਗ ਪੈਂਦਾ ਵੱਡੇ ਵੱਡੇ ਸੰਤਰੀ ਰੰਗ ਵਾਲੇ। ਨਹੀਂ ਲੱਗਣ ਨੂੰ ਕੋਈ ਨਹੀਂ, ਲੈ ਲਿਆ ਜੇ ਮੇਰੇ ਕੋਲ ਡੰਡੇ ਡੁੰਡੇ ਤਾਂ ਦਿੱਤੇ ਨੇ, ਝੰਡੇ ਤਾਂ ਮੈਂ ਦੇ ਦੂੰਗਾ। ਡੰਡਾ ਉਹਨਾਂ ਦਾ ਵਰਤ ਲਾਂਗੇ, ਕੀ ਫਰਕ ਪੈਂਦਾ ਕਿਉਂ ਜੀ। ਉਹ ਕੇ ਚੱਕ ਪੱਕੀ ਸੀ, ਉਹ ਕਹਿੰਦੇ ਬਈ ਅਸੀਂ ਡੰਡੇ ਪਹਿਲੇ ਲੈ ਲਏ, ਝੰਡਾ ਲਿਆ ਸੀ ਉਹਨਾਂ ਕੋਲੋਂ, ਝੰਡਾ ਤਾਂ ਸੜਤਾ ਸੀ ਅੰਦਰ ਦਿੱਤੀ ਅੱਗ ਲਾ ਤੇ ਡੰਡਾ ਲੈ ਲਿਆ। ਤੇਰੇ ਨਾਲ ਝੰਡਾ ਲੈ ਕੇ ਦੇ ਜਾਂਦੇ ਟੱਕਦੇ ਨਾ ਭਗਵੰਤ ਮਾਨ ਤੇ ਕੇਜਰੀਵਾਲ ਦੀ ਫੋਟੋ। ਮੈਂ ਕਿਹਾ ਚਲਾ ਵੀ ਕੰਮ ਚੰਗਾ, ਫਾਇਦਾ ਤਾਂ ਸੋਚਦੇ ਮੇਰਾ ਭਰਾ ਕਿਉਂ ਜੀ। ਸੋ ਬਹੁਤ ਆਪਾਂ ਤਾਂ ਇੱਥੇ ਰੁਲ ਕੇ ਸਾਰੀ ਜ਼ਿੰਦਗੀ ਰਹੀ। ਜੇ ਕਿਸੇ ਦੀ 5 ਕਿੱਲੇ ਸੀ ਤੇ 6 ਕਿੱਲੇ ਵੀ ਇਹਨੂੰ ਉਲਟਾ ਵਿਆਜ ਵੱਧ ਛੜੀ ਹੋਣੀ। ਤੇ ਜੇ ਕੋਈ ਇਹਨਾਂ ਦਾ ਸੱਜਣ ਮਿੱਤਰ ਸੀ ਉਹਦੇ ਨਿਆਰੇ ਬੜੇ ਆਏ ਹੋਣੇ। ਕਿਉਂ ਬਈ ਕਈ ਵੇਖਿਆ ਮੈਂ ਸਰਪੰਚਾਂ ਆਦੇ ਘਰੇ ਹੁੰਦਾ ਵੀ ਕੁਛ ਨਹੀਂ ਸੀ, ਪਰ ਹੁਣ ਜਾ ਕੇ ਦੇਖੋ ਕੋਈ 25 ਕਿੱਲੇ ਪੈਲੀ ਬਣਾਈ ਫਿਰਦਾ ਅਕਾਲੀ ਦਲ। ਉਹਨਾਂ ਦੇ ਤਾਂ ਆਪੇ ਚੀਕਾਂ ਨਿਕਲੀਆਂ ਜਦੋਂ ਜਿਹਦੀ ਦੁਕਾਨਦਾਰੀ ਬੰਦ ਹੁੰਦੀ ਹੋਏ, ਉਹ ਕੀ ਕਰੂਗਾ ਵਿਚਾਰਾ ਦੱਸੋ। ਪਰ ਆਪ ਸਧਾਰਨ ਕਰਦਾ ਕਰ ਪਿੱਛੇ ਹੋ ਜਾਓ ਤੁਸੀਂ, ਬਹਿ ਜਾਓ। ਆਪ ਸਧਾਰਨ ਕਰਦਾ ਮੈਨੂੰ ਇੱਕ ਮੁੰਡਾ ਦੱਸ ਦਿਓ ਬਈ, ਤੁਹਾਡੇ ਪਿੰਡ ਚ ਕੋਈ ਇੱਕ ਮੁੰਡਾ ਵੀ ਕਾਂਗਰਸ ਤੇ ਅਕਾਲੀਆਂ ਨੇ ਲਾਇਆ ਹੋਵੇ ਦੱਸੋ। ਇੱਕ ਮੁੰਡਾ ਦੱਸ ਦਿਓ। ਕੋਈ ਨਹੀਂ ਲੱਗਿਆ ਤੇ ਫਿਰ ਏਡੇ ਵੱਡੇ ਸੁਖਬੀਰ ਬਾਦਲ ਤੋਂ ਕਰਵਾਉਣਾ ਕੀ ਹੈ, ਜਿੰਦਾ ਪਿਓ ਮੁੱਖ ਮੰਤਰੀ ਹੋਵੇ ਤੇ ਆਪ ਮੁੱਖ ਮੰਤਰੀ ਹੋਵੇ, 2 ਵਾਰੀ ਛੱਡ ਕੇ 3 ਵਾਰੀ ਜਲਾਲਾਬਾਦ ਨੇ ਐਮਐਲਏ ਬਣਾਇਆ ਹੋਵੇ ਤੇ 1 ਵਾਰੀ ਐਮਪੀ ਬਣਾਇਆ ਹੋਵੇ ਤੇ ਬੰਦਾ ਫਿਰ ਵੀ ਸਾਡਾ ਤੇ ਨੌਕਰੀ ਨਹੀਂ ਲੱਗੇ, ਫਿਰ ਦੱਸੋ ਕੀ ਕਰਾਉਣਾ ਉਹਦੇ ਤੋਂ, ਦੱਸੋ ਬਈ। ਫਿਰ ਇੱਕ ਵਾਰੀ ਇੱਕ ਕੰਮ ਕਰ ਦਿਓ। ਬਾਪ ਕਹਿੰਦੇ ਪਿੱਛੇ ਪੁੱਤਰ ਵੀ ਨਹੀਂ ਕਹਿੰਦੇ, ਕੋਈ ਵੋਟਾਂ ਲੈਣ ਲੱਗੇ ਤਾਂ ਬਾਪ ਕਹਿੰਦੇ ਨੇ, ਬਿਲਕੁਲ ਪੁੱਤਰ ਨਹੀਂ ਕਹਿੰਦੇ। ਬਾਪੂ ਇਧਰੋਂ ਦਾ ਪੁੱਤਰਾ ਬਾਹਰ ਆ ਜਾ, ਬਾਪੂ ਦਾ ਜਵਾਬ ਤਾਂ ਦੇ ਲਵਾਂ। ਬਾਪੂ ਥੋੜਾ ਮੈਂ ਛੋਟੀ ਗੱਡੀ ਤੇ ਤਾਂ ਥੋੜਾ ਜਿਹਾ ਘੱਟ ਲੱਗਦਾ, ਉਹ ਜਦੋਂ 40 ਗੱਡੀਆਂ ਪੁਲਿਸ ਦੀਆਂ ਨਾਲ ਲੈ ਕੇ ਤੇ ਤੂੰ ਡਰ ਜਾਂਦੇ ਬਾਹਰ ਖੜੋਤੇ ਕਿਉਂ ਬਈ। ਸਹੀ ਹੈ ਐਤਕੀ ਇਹ ਕੰਮ ਕੱਢ ਲੋ, ਗੱਲ ਮੈਂ ਨਾਲ ਆਏਗਾ ਕਰੂੰਗਾ ਜਿੱਕਰ ਤੁਸੀਂ ਤਾਂ ਲਾ ਸਕੋ। ਇਹ ਸਾਰੇ ਦਾ ਤੁਹਾਡੇ ਦਾ ਵਾਅਦਾ ਹੈ, ਤੁਹਾਡੇ ਤੇ ਉਹ ਪੂਰੀਆਂ ਲੱਗਾ ਨਹੀਂ ਚੱਲਿਆ ਕਰਨਾ। ਕੱਲ ਜਲਾਲਾਬਾਦ ਆਇਆ ਸੀ ਸੁਖਬੀਰ ਬਾਦਲ, ਉਧਰੋਂ ਘੁੰਮਾਇਆ ਗਿਆ ਸੀ 2 ਗੱਡੀਆਂ ਤੇ ਸੀ, ਕੋਈ 25-30 ਗੱਡੀਆਂ ਪੁਲਿਸ ਦੀਆਂ ਸੀ ਤੇ 150 ਗੱਲ ਮੈਂ ਲਈ ਫਿਰਦਾ ਸੀ। ਸਾਨੂੰ ਤਾਂ ਬਾਪੂ ਕੋਈ ਗੱਲ ਨਹੀਂ ਪਤਾ, ਇਹ ਕਾਜੂ ਕਰਦੇ ਫਿਰਦੇ ਇਹਨਾਂ ਨੂੰ ਡਰ ਲੱਗਦਾ ਕਿ ਛੱਪੜੇ ਨੇ ਚੱਲ ਪੈਣ ਜਿਹੜੇ ਕੰਮ ਕੀਤੇ ਆ। ਕਿਉਂ ਜੀ ਫਰਕ ਹੈ ਨਾ, ਜੇ ਚੰਗਾ ਕੰਮ ਕੀਤਾ ਹੁੰਦਾ ਤੇ ਲੋਕ ਤਲੀਆਂ ਤੇ ਚੱਕ ਲੈਂਦੇ। ਕੀ ਲੋੜ ਸੀ ਸੁਖਬੀਰ ਬਾਦਲ ਨੂੰ ਗਲੀਆਂ ਗਲੀਆਂ ਚ ਘੁੰਮਣ ਦੀ। ਹਾਂ ਹੁਣ ਇੱਕ ਉਦਾਹਰਣ ਜ਼ਰੂਰ ਆਊਗਾ ਉਹ ਡਿਪਰਾਏ ਵਾਲਾ ਹਨਾ, ਹੁਣ ਘਰੇ ਫਿਰਦੇ ਸਿਰ ਮੈਂ ਬਾਰਡਰ ਤੇ ਗਿਆ ਸੀ, ਉੱਥੇ 2-3 ਗੱਡੀਆਂ ਲੈ ਕੇ ਉੱਡੀਆਂ ਫਿਰਦੇ ਸੀ। ਮੈਂ ਉਹਨੂੰ ਪੁੱਛਿਆ ਜਿਹਨਾਂ ਦੇ ਘਰੇ ਗਿਆ, ਮੈਂ ਲੰਘਿਆ ਤਾਂ ਮੇਰੇ ਮਿਲ ਗਿਆ, ਕਹਿੰਦੇ ਪੁੱਤਰਾ ਅਸੀਂ ਵੀ ਉਹਨੂੰ ਐਤਕੀ ਦਿੱਤਾ ਸਮਝਾ ਵੀ ਐਤਕੀ ਝਾੜੂ ਬਿਨਾਂ ਸਾਡਾ ਗੁਜ਼ਾਰਾ ਹੈ ਨਹੀਂ, ਐਵੇਂ ਗੱਡੀਆਂ ਚ ਤੇਲ ਤੁਸੀਂ ਆਦਾ ਨਾ ਬੋਲੋ ਅਕਾਲੀ ਦਲ ਕੋਈ ਫਾਇਦਾ ਨਹੀਂ ਜੀ, ਤੁਸੀਂ ਐ ਨਾ ਕਰੋ ਉਹ ਨਾ ਕਰੋ। ਜੇਸ਼ ਭਾਈ ਆ ਜਾ ਮੇਰਾ ਮਾੜਾ ਜਾ। ਸਭ ਤੋਂ ਪਹਿਲੀ ਗਰੰਟੀ ਦਿੱਤੀ ਕੇਜਰੀਵਾਲ ਨੇ ਜਿਹੜੀ ਹਰ ਇੱਕ ਬੰਦੇ ਦੀ ਜ਼ਰੂਰਤ ਹੈ। ਹੁਣ ਤਾਂ ਘੱਟ ਬੜੇ ਲੱਗਦੇ ਆ ਨਾ, ਇਵੇਂ ਦਿੱਲੀ ਚ ਘੱਟ ਲੱਗਿਆ ਕਰਦੇ ਸੀ। ਹਰ ਘਰ ਨੂੰ ਕੋਈ ਐਸਸੀ ਨਹੀਂ ਕੋਈ ਬੀਸੀ ਨਹੀਂ, ਜਰਨਲ ਸਾਰਿਆਂ ਨੂੰ ਬਰਾਬਰ 300 ਯੂਨਿਟ ਹਰ ਮਹੀਨੇ ਤੇ 600 ਯੂਨਿਟ 2 ਮਹੀਨੇ ਦੀ ਬਿਜਲੀ ਮਿਲਿਆ ਕਰੂਗੀ। ਤੁਹਾਡੇ ਪਿੰਡ ਚ ਕੋਈ ਇੱਕ ਅੱਧਾ ਕਰ ਰਹਾ ਤਾਂ ਮੈਂ ਮੰਨ ਸਕਦਾ ਜਿਹਦੇ 5-4 ਏਸੀ ਲੱਗੇ, ਪਰ ਨਕੇਰੀਆਂ ਚ ਕਿਸੇ ਘਰ ਨੂੰ ਬਿਜਲੀ ਦਾ ਬਿੱਲ ਨਹੀਂ ਆਊਗਾ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਰਹੂਗੀ। ਨਾਲੇ 24 ਘੰਟੇ ਆਇਆ ਕਰੋਗੇ ਬਿਨਾਂ ਟਕ ਹੋਣ ਤੋਂ। ਹੁਣ ਤਾਂ ਆਪਾਂ ਇਨਵਰਟਰ ਰੱਖ ਲੈਂਦੇ ਆ, ਜਨਰੇਟਰ ਰੱਖ ਲੈਂਦੇ ਆ। ਪਰਸੋਂ ਰਾਤ ਮੇਰਾ ਬਿਜਲੀ ਘਰ ਦੇ ਜਮਾ ਨਾਲ ਪ੍ਰੋਗਰਾਮ ਸੀ, ਜਦੋਂ ਅਸੀਂ ਪਹੁੰਚੇ ਤਾਂ ਲਾਈਟ ਚਲੀ ਗਈ। ਮੈਂ ਕਿਹਾ ਫਿਰ ਬਿਜਲੀ ਘਰ ਤੂੰ ਕੀ ਕਰਾਉਣਾ, ਕੰਧ ਨਾਲ ਕੰਧ ਵੱਟ ਸਾਂਝੀ ਉਹਨਾਂ ਦੇ ਕੰਧ ਨਾਲ। ਐ ਮਾਮਾ ਹਾਲ ਹੋਇਆ ਪਿਆ, ਹਾਲੇ ਤੱਕ ਵੀ ਅਸੀਂ ਇੱਥੇ ਫਿਰਦੇ ਆ। ਮੈਂ ਇੱਕ ਪਿੰਡ ਗਿਆ,
ਜਦੋਂ ਪਿੱਛੇ ਸਰਪੰਚੀਆਂ ਸੀ ਨਾ ਉਦੋਂ ਪਹਿਲਾਂ 450 ਕਾਰਡ ਚੱਲਦਾ ਸੀ ਨਰੇਗਾ ਤੇ 450 ਬੰਦੇ ਹੀ ਨਹੀਂ ਸੀ ਪਿੰਡ ਵਿੱਚ 10 ਸਾਲ ਇਹ ਲੁੱਟੀ ਹੋਏ ਆ ਹੁਣ ਪਤਾ ਕਿੰਨੇ ਕਾਰਡ ਉੱਥੇ 203 ਕਾਰਡ ਆ ਸਾਰੇ ਇੰਨੀ ਠੱਗੀ ਠੋਰੀ ਬਾਪੂ ਐਂ ਚੱਲੀ ਗਈ ਪਤਾ ਨਹੀਂ ਲੱਗਿਆ ਕੌਣ ਲੈ ਗਿਆ ਪਰ ਉਦੋਂ ਬਾਅਦ ਉਤੋਂ ਭਾਈਵਾਲ ਆ ਗਿਆ ਨਵਾਂ ਆਵਲਾ ਉਦੋਂ ਮੈਂ ਸਮਝਾਇਆ ਸੀ ਪਰ ਮੇਰੇ ਆਖੇ ਨਹੀਂ ਲੱਗੇ ਨਹੀਂ ਲੱਗੇ ਨਾ ਹੁਣ ਲੱਭੋਗਾ ਕਿੱਥੇ ਤੁਹਾਡਾ ਆਵਲਾ ਹੁਣ ਦੇਖ ਹੋਲੀ ਸਾਡਾ ਕੀ ਲੈ ਗਿਆ ਮੁਲਾਜ਼ਮ ਤਾਂ ਤੇ ਨਹੀਂ ਲੈ ਤਾਂ ਕਿਉਂ ਕਮਾਲ ਹੋ ਗਈ 2 ਸਾਲ ਮੇਰੀ ਗੱਲ ਸੁਣ ਲਓ ਬਾਪੂ ਇਹ ਗੱਲ ਨਹੀਂ ਕਰਨੀ 2.5 ਸਾਲ ਰੱਜ ਕੇ ਠੱਗੀ ਮਾਰ ਕੇ ਗਿਆ ਕਾਂਗਰਸੀ ਗਿਆ ਕਿ ਨਹੀਂ ਗਿਆ ਹੁਣ ਜਿਹੜੇ ਕਾਂਗਰਸੀ ਆਉਣਗੇ ਉਹਨਾਂ ਨੂੰ ਮਾੜਾ ਜਿਹਾ ਪੁੱਛ ਲਿਆ ਜੀ ਭਰਾ ਮੇਰੇ ਰੱਬ ਦਾ ਵਾਸਤਾ ਕੋ ਕਸਰ ਰਹਿ ਗਈ ਹੈ ਹੁਣ ਹੋਰ ਕਿਹੜੇ ਖੂਜ ਸੱਟ ਰਹੇ ਸਨ ਦੱਸੋ ਬਈ ਕਹਿੰਦੇ ਸੀ ਘਰੇ ਘਰੇ ਹੁਣ ਖੂਜ ਜਾਣਗੇ ਨਾ ਹੁਣ ਖੂਜ ਨਾ ਜਾਣਾ ਨਾ ਜੇ ਸਾਨੂੰ ਦੱਸਣਾ ਫਿਰ ਕੇਜਰੀਵਾਲ ਨੇ ਦਿੱਤੀ ਬਈ ਦੂਜੀ ਗਰੰਟੀ ਜਦੋਂ ਤੁਹਾਡੀ ਸਰਕਾਰ ਆਊਗੀ ਨਾ ਆਮ ਆਦਮੀ ਪਾਰਟੀ ਦੀ ਹਰੇਕ ਪਿੰਡ ਡਿਸਪੈਂਸਰੀ ਖੁੱਲੂਗੀ ਤੇ ਜਿਹੜੇ ਹੁਣ ਹਸਪਤਾਲਾਂ 'ਚ ਕਬੂਤਰ ਬੋਲਦੇ ਨੇ ਤੇ ਡਾਕਟਰ ਆਇਆ ਕਰਨਗੇ ਚੰਗੀ ਸਫਾਈ ਤੇ ਚੰਗਾ ਇਲਾਜ ਕਰੂਗਾ ਸਾਰੇ ਦਾ ਸਾਰਾ ਫ੍ਰੀ 1 ਰੁਪਿਆ ਨਹੀਂ ਲੱਗਿਆ ਕਰੂਗਾ ਇਹ ਦੁਨੀਆ ਤੇ ਮਜ਼ਾਕ ਸੀ ਵੀ ਹਸਪਤਾਲਾਂ ਦਾ ਇਲਾਜ ਫ੍ਰੀ ਹੋ ਸਕਦਾ ਹੈ ਉਸ ਬੰਦੇ ਨੇ ਕਰਕੇ ਵਿਖਾਇਆ ਕਿ ਨਹੀਂ ਵਿਖਾਇਆ ਰੁਪਈਆ ਤਾਂ ਲੱਗਦਾ ਪੰਜਾਬ 'ਚ ਕੋਈ ਬੰਦਾ ਚਲਾ ਜਾਏ ਨਾ ਤੇ ਦਿੱਲੀ ਇਲਾਜ ਫ੍ਰੀ ਹੈ ਸ਼ਾਇਦ ਤੁਹਾਨੂੰ ਪਤਾ ਕਿ ਨਹੀਂ ਪਤਾ ਆ ਜੇਆਰ ਨਿਊਜ਼ ਦਾ ਬੜਾ ਪਤਾ ਇਹਨਾਂ ਨੂੰ ਇਹ ਸਾਰੀ ਤੇ ਦੂਰਬੀਨ ਜਿਹੜਾ ਨੱਪੀ ਰੱਖਦਾ ਨਾ ਬਟਰ ਭਰਾ ਮੈਨੂੰ ਜ਼ਿਆਦਾ ਪਤਾ ਇਹਨੂੰ ਪੁੱਛ ਲਿਆ ਜੀ ਤੁਹਾਡਾ ਗੁਆਂਢੀ ਹੈ ਨਾ ਜ਼ਿਆਦਾ ਤਬਾਰ ਹੁੰਦਾ ਚਲ ਮੈਂ ਤਾਂ ਮੰਨ ਸਕਦਾ ਵੇਖ ਕੇ ਝੂਠ ਮਾਰਦਾ ਕੰਮ ਚੱਲਾ ਪਿੱਛੇ ਪਰ ਇਹ ਵਿਚਾਰਾ ਤੁਹਾਡਾ ਆਉਂਦਾ ਹੈ ਇਹਨੂੰ ਪੁੱਛ ਲਿਆ ਜੀ ਕੀ ਕੁਝ ਦਿੱਲੀ 'ਚ ਹੁੰਦਾ ਦਿੱਲੀ ਦੇ ਵਿੱਚ ਬਜ਼ੁਰਗੋ ਟੈਸਟ ਫ੍ਰੀ ਹੈ ਆਪਰੇਸ਼ਨ ਫ੍ਰੀ ਹੈ ਤੇ ਸਾਰੀਆਂ ਦੀ ਸਾਰੀਆਂ ਦਵਾਈਆਂ ਵੀ ਫ੍ਰੀ ਹੈ 1 ਰੁਪਿਆ ਨਹੀਂ ਲੱਗਦਾ 1 ਰੁਪਿਆ ਵੀ ਜਿਵੇਂ ਜਾਂਦੇ ਆ ਉਹ ਵੀ ਵਾਪਸ ਆਉਣੇ ਪਰ ਪੈਸੇ ਨਹੀਂ ਲਾ ਕੇ ਆਉਂਦੇ ਇੱਥੇ ਇੱਕ ਜਾ ਕੇ ਭਾਉ ਕਿਸੇ ਹਸਪਤਾਲ 'ਚ ਦੱਸੋ ਭਾਈ ਇੱਕ ਵਾਰ ਜਾ ਕੇ ਵੇਖਿਓ ਜੇ ਤੁਹਾਨੂੰ ਸਿਰ ਪੀੜ ਦੀ ਗੋਲੀ ਵੀ ਮਿਲ ਜੇ ਤਾਂ ਮੈਂ ਬੋਲਣਾ ਹੀ ਬੰਦ ਕਰ ਦਿੰਦਾ ਤੇ ਜੇ ਮਾੜਾ ਮੋਟਾ ਟੀਕਾ ਲੱਗ ਜਾਂਦਾ ਫਿਰ ਇਹ ਕਾਲੀ ਕਾਂਗਰਸ ਦੀ ਚੀਕਾਂ ਬੜੀਆਂ ਮਾਰਦੇ ਆ ਯਾਰ 70 ਸਾਲਾਂ 'ਚ ਗੋਲੀਆਂ ਤਾਂ ਸਾਨੂੰ ਦਿੱਤੀ ਹਾਂ ਦੂਜੀਆਂ ਜ਼ਰੂਰ ਦਿੰਦੇ ਆ ਉਹ ਜੇਬ ਦੇ ਥੱਲੇ ਰੱਖਣ ਵਾਲੀਆਂ ਰੋਜ਼ ਲੜਾਈ ਪੈਂਦੀ ਹੈ ਹਸਪਤਾਲ 'ਚ ਰੋਜ਼ ਮੈਂ ਹਸਪਤਾਲ ਗਿਆ ਸਿਵਲ ਹਸਪਤਾਲ 'ਚ ਉੱਥੇ ਤਾਂ ਲੈਣਾ ਬਾਹ ਹੀ ਵੀ ਮੈਂ ਕਿਹਾ ਯਾਰ ਕਮਾਲ ਹੋ ਗਈ ਸੁੱਖ ਹੋਵੇ ਕੋਈ ਰੋਲਾ ਰਾਲਾ ਪੈ ਗਿਆ ਹੋਣਾ ਸ਼ਾਇਦ ਉਹ ਵਿਚਾਰਾ ਕਹਿੰਦਾ ਪਈ ਮਰੇ ਪਏ ਆ ਸਾਡਾ ਖਿਆਲ ਕਰਦਾ ਕਿ ਕੀ ਹੋ ਗਿਆ ਕਹਿੰਦਾ ਅੱਗੇ ਸਾਨੂੰ 2 ਹਫ਼ਤੇ ਦੀ ਗੋਲੀਆਂ ਦਿੰਦੇ ਸੀ ਹੁਣ ਸਾਨੂੰ 1 ਦਿਨ ਦੀ ਦਿੰਦੇ ਆ ਰੋਜ਼ ਵੀ ਲੇਬਰ ਵਾਲੇ ਬੰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੋਲੀ ਪਿੱਛੇ ਖੜਦੇ ਆ ਤੇ ਦਿਹਾੜੀ ਅਸੀਂ ਜਾਈਏ ਕਦੋਂ ਸਵੇਰੇ ਫੇਰ ਆ ਜਿਹਨੇ ਗੋਲੀਆਂ ਲੈਣਾ ਸਿਆਲ ਹੈ ਵੀਰੇ ਆਗਾ ਹੁਣ ਤੁਸੀਂ ਆਪ ਛੇੜ ਸਵਾਰੀਆਂ ਦੇ ਸਮਾਨ ਦੀ ਜ਼ਿੰਮੇਵਾਰ ਤਾਂ ਆਪ ਹੀ ਹੈ ਫਿਰ ਦਿੱਤੀ ਕੇਜਰੀਵਾਲ ਨੇ ਤੀਜੀ ਗਰੰਟੀ ਆ ਸਾਡੀਆਂ ਮਾਵਾਂ ਭੈਣਾਂ ਸਮਾਣੇ ਪਾਸੇ ਹੁੰਦੇ ਤੁਹਾਡੇ ਵਾਸਤੇ ਜਿੱਦੇ ਤੁਹਾਡੀ ਸਰਕਾਰ ਆਊਗੀ ਉਹਦੇ ਹਰ ਸਾਡੀ ਮਾਂ ਭੈਣ ਨੂੰ 1000 ਰੁਪਿਆ ਹਰ ਮਹੀਨੇ ਮਿਲਿਆ ਕਰੂਗਾ 1000 ਰੁਪਿਆ ਤੁਹਾਨੂੰ ਮੰਗਣ ਦੀ ਲੋੜ ਨਹੀਂ ਪੈਣੀ 2 ਕੜਕੜੇ ਨੋਟ ਆਉਣਗੇ ਪਰ ਇਹ ਇਤਬਾਰ ਹੀ ਨਹੀਂ ਹੁੰਦਾ ਨਾ ਝੂਠੀ ਬੜੇ ਬਾਰੇ ਲੋਕਾਂ ਨੇ ਉਹ ਤਰੀਕੇ ਸੱਚੀ ਗੱਲ ਕਰਦੇ ਕਿਵੇਂ ਹੁਣ ਮੈਨੂੰ ਇੰਨੇ ਜੋਗਾ ਕਰੋਗੇ ਤਾਂ ਮੈਂ ਕੁਝ ਕਰੂੰਗਾ ਹੁਣ ਸੁਖਬੀਰ ਬਾਦਲ ਦੇ ਨਹੀਂ ਸਕਦਾ ਮੈਂ ਹੁਣ ਚੱਲ ਮੈਨੂੰ ਇੱਕ ਗੱਲ ਦੱਸੋ ਮੈਂ ਆਈ ਜਾਂਦਾ ਸੀ ਬੋਰਡ ਤੇ ਤੁਹਾਡੇ ਲਾਗੂ ਹੋਇਆ ਖੜਾ ਉੱਥੇ ਲਿਖੀ ਖੜਾ ਸੁਖਬੀਰ ਬਾਦਲ ਇੱਕ ਤਾਂ ਖਾਦੀ ਪਤੀ ਪਤਾ ਨਹੀਂ ਕੀ ਟੁੱਕ ਦਿੰਦਾ ਕਹਿੰਦਾ ਮੈਂ 2000 ਰੁਪਇਆ ਦੇਊਂਗਾ ਦੱਸੋ ਵੀ ਅੱਜ ਤੱਕ ਕਿਤੇ 2 ਰੁਪਏ ਦਿੱਤੇ ਨਖੇਰੀਆਂ ਦੱਸੋ ਬਈ ਹੁਣ 2000 ਕਿਹੜੀ ਮਸ਼ੀਨ ਚਲਾ ਕੇ ਲਿਆਊਗਾ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਪਹਿਲਾਂ ਤਾਂ ਇਹ ਨਹੀਂ ਕੋਈ ਪੁੱਛਦਾ ਵੋਟਾਂ ਲੈਣ ਵਾਸਤੇ ਫਿਰ ਕੱਲ ਕਿਸੇ ਪੱਤਰਕਾਰ ਨੇ ਪੁੱਛ ਲਿਆ ਵੀ ਤੁਸੀਂ ਐਮਪੀ ਰਹਿਣਾ ਹੈ ਕਿ ਐਮਐਲਏ ਰਹਿਣਾ ਹੈ ਉਹ ਨਾਲ ਹੀ ਉਹਨੂੰ ਚਮਚੇ ਨੇ ਗੋਡੇ ਘੁੱਟ ਲਿਆ ਹੋਰ ਸਵਾਲ ਨਾ ਪੁੱਛ ਰੋਲਾ ਪੈ ਜਾਣਾ ਦੱਸ ਕੋਈ ਆਪੇ ਉਹ ਯਾਰ ਇੱਕ ਗੱਲ ਦੱਸੋ ਵੀ ਅੱਜ ਇਲੈਕਸ਼ਨ ਚੱਲੀ ਜਾਂਦੀ ਹੈ ਜੇ ਏਦਾਂ ਹੀ ਪਿਓ ਦਾ ਪੁੱਤ ਹੈ ਕਿਉਂ ਬਈ ਤੇ ਫਿਰ ਹਿੰਮਤ ਰੱਖੇ ਸਵਾਤਾ ਤਾਂ ਆਦੀ ਸੀਟ ਛੱਡ ਕੇ ਲੱਗੇ ਕਿਉਂ ਬਈ ਪਤਾ ਤਾਂ ਫੇਰ ਲੱਗੂਗਾ ਨਾ ਏਡਾ ਤਕੜਾ ਸਾਹ ਨਾ ਦੇ ਤੂੰ ਕਹਿੰਦਾ ਮੈਂ ਸੁਖਬੀਰ ਬਾਦਲ ਆ ਫਿਰ ਐਮਪੀ ਤੋਂ ਦੇਵੇ ਰਿਜ਼ਾਈਨ ਨਾਲੇ ਸਾਨੂੰ 6 ਮਹੀਨੇ ਬਾਅਦ ਸਿਆਪਾ ਨਾ ਪਊਗਾ ਦੂਜੀ ਵਾਰੀ ਐਡੇ ਪੈਸੇ ਲੱਗਦੇ ਫ੍ਰੀ ਚ ਤਾਂ ਇਲੈਕਸ਼ਨ ਹੁੰਦਾ ਇੱਕ ਵਾਰੀ ਉਹ ਪਾ ਦੇਗੇ ਅਸੀਂ ਦੂਜੀ ਵੀ ਨੱਪ ਦੇਗੇ ਕੀ ਫਰਕ ਪੈਂਦਾ 6 ਮਹੀਨੇ ਬਾਅਦ ਦੁਬਾਰਾ ਮਿੰਤਾ ਕਰਦੇ ਫਿਰ ਇਲੈਕਸ਼ਨ ਕਿਹੜਾ ਸੌਖਾ ਲੜਨਾ 100 ਲੜਾਈਆਂ 100 ਸਿਆਪਾ ਇੱਥੇ ਨਾ ਇੰਨੀ ਜਾਨ ਨਹੀਂ ਤੋਤੇ ਚ ਇੰਨੀ ਤਾਂ ਮਰ ਜਾਓ ਜਿਹਦੀ ਹਰ ਬੰਦੇ ਨੂੰ ਲੋੜ ਹੈ ਹਰ ਪਰਿਵਾਰ ਨੂੰ ਲੋੜ ਹੈ ਜੇ ਤਾਂ ਚਾਹੁੰਦੇ ਹੋ ਵੀ ਸਾਰੀ ਜ਼ਿੰਦਗੀ ਉਰੇ ਪੁੱਤ ਉਰੇ ਆ ਹਾਂ ਆ ਜਾ ਇੱਥੇ ਪੱਕੀ ਗੱਲ ਹੈ
ਵੇਖ ਲਓ ਕਿਰੇ ਮੈਨੂੰ ਨਾ ਫਸਾ ਦੇ ਮੁੜ ਕੇ ਲਾਈਵ ਚਲਾਈ ਕਰਨਾ ਤੁਹਾਡੇ ਚੋਂ ਨਰੇਗਾ ਤੇ ਕੌਣ ਜਾਂਦਾ ਹੱਥ ਖੜਾ ਕਰੋ ਕੌਣ ਜਾਂਦਾ ਸੰਗ ਕਾਹਦੀ ਹੈ ਸਾਰੇ ਜਾਂਦੇ ਜੇ ਤਾਂ ਚਾਹੁੰਦੇ ਹੋ ਵੀ ਤੁਹਾਡਾ ਰੀਕੂ ਸਿੰਘ ਵੀ ਨਰੇਗਾ ਦੇ ਪੱਥਰ ਤੇ ਕਹੀਏ ਚੱਕੇ ਫਿਰ ਅਕਾਲੀ ਦਲ ਤੇ ਕਾਂਗਰਸ ਨੂੰ ਵੋਟਾਂ ਜ਼ਰੂਰ ਪੈਣ ਫਿਰ ਨਹੀਂ ਤੁਹਾਨੂੰ ਮੈਂ ਕਹਿੰਦਾ ਕਿਉਂਕਿ ਨਰੇਗਾ ਹੀ ਨਹੀਂ ਸਕਦੀ ਤੇ ਜੇ ਚਾਹੁੰਦੇ ਹੋ ਇਹ ਪੜ੍ਹ ਲੈ ਕੇ ਆਦੇ ਪੈਰਾਂ ਤੇ ਆਪ ਖੜਾ ਹੋ ਜੇ ਫਿਰ ਇੱਕ ਵਾਰੀ ਚੌਂ ਵੋਟ ਪਾਇਓ ਫਿਰ ਵੇਖਿਓ ਕੀ ਹੁੰਦਾ ਵੋਟ ਪਾਏ ਕਿ ਨਾ ਛੱਡੂ ਥੈਂਕ ਯੂ ਕਰੀ ਗੱਲਾਂ ਭਾਲਣਾ ਚੰਗਾ ਨਹੀਂ ਹੁਣ ਗੱਲ ਪਤਾ ਕੀ ਹੈ ਬਜ਼ੁਰਗੋ ਸਕੂਲ ਤਾਂ ਬਣੇ ਹੋਏ ਨੇ ਸਿਰਫ ਸਿਸਟਮਸ ਉਲਟ ਪੁਲਟ ਕਰਨ ਦੀ ਲੋੜ ਹੈ ਹੁਣ ਟੀਚਰ ਹੁੰਦੇ 100 ਜਵਾਕ ਉਹਨਾਂ ਤੇ ਇੱਕ ਪੜਾਉਣ ਵਾਲਾ ਹੁੰਦਾ ਹੈ ਉਹਨੂੰ ਕਹਿਣਗੇ ਮੈਥ ਵਾਲੇ ਕਹਿਣਗੇ ਅੰਗਰੇਜ਼ੀ ਪੜਾ ਅੰਗਰੇਜ਼ੀ ਵਾਲੇ ਕਹਿਣਗੇ ਸਾਇੰਸ ਪੜਾ ਤੇ ਸਾਇੰਸ ਵਾਲੇ ਨੂੰ ਕਹਿਣਗੇ ਇਹਨੂੰ ਪੰਜਾਬੀ ਪੜਾ ਵਿਚਾਰਾ ਕੀ ਕਰੂਗਾ ਦੱਸੋ ਵੀ ਜਿੰਨਾ ਚਿਰ ਸਾਰੇ ਟੀਚਰ ਨਹੀਂ ਆਉਂਦੇ ਜਿਹੜੇ ਤਾਂ ਚੰਗੇ ਪੜ੍ਹੇ ਲਿਖੇ ਉਹ ਤਾਂ ਵਿਚਾਰੇ ਜੁੱਤੀਆਂ ਖਾਂਦੇ ਫਿਰਦੇ ਆ ਰੋਜ਼ ਗੁੱਟਿੰਦੇ ਆ ਸਾਡੀਆਂ ਭੈਣਾਂ ਵਿਚਾਰੀਆਂ ਟੈਂਕੀਆਂ ਤੇ ਚੜੀਆਂ ਫਿਰਦੀਆਂ ਭਰਾ ਸਾਡੇ ਟੈਂਕੀਆਂ ਤੇ ਚੜੇ ਫਿਰਦੇ ਆ ਕਦੇ ਵੇਖਿਆ ਕਿਸੇ ਨੇ ਕੱਲ ਦੱਸੋ ਐਡਾ ਤਸ਼ੱਦਦ ਹੋਇਆ ਆ ਟਾਲੀ ਵਾਲੇ ਬੋਤਲੇ ਦਾ ਮੁੰਡਾ ਵਿਚਾਰਾ 162 ਕਿ 63 ਦਿਨਾਂ ਬਾਅਦ ਟੈਂਕੀ ਤੋਂ ਥੱਲੇ ਲਾਇਆ 162 ਤੇ ਨੌਕਰੀ ਫਿਰ ਵੀ ਨਹੀਂ ਦਿੱਤੀ ਚੰਨੀ ਨੇ ਮੂੰਹ ਚਲਾਤਾ ਵੀ ਪੱਕੇ ਕੱਚੇ ਤੋਂ ਪੱਕੇ ਕਰਤੇ 36000 ਮੁਲਾਜ਼ਮ ਉਹ 36 ਵੀ ਨਹੀਂ ਪੱਕੇ ਹੋਏ ਆਪੇ ਹੁਣ ਮੰਨ ਕੇ ਕਹਿੰਦੇ ਉਹ ਤਾਂ ਅਸੀਂ ਫਾਈਲ ਭੇਜੀ ਸੀ ਅਗਰ ਗਵਰਨਰ ਨੇ ਮੰਨੀ ਨਹੀਂ ਫਿਰ ਸਾਡੇ ਤੇ 3-4-7 ਕਰੋੜ ਦਾ ਖਰਚਾ ਕਿਉਂ ਚੜਾਇਆ ਜਿਹੜੇ ਫਲੈਕਸ ਲਾ ਕੇ 85 ਦਿਨ ਤੇ ਸਾਡਾ ਮੁੰਡਾ ਲਾ ਕੇ ਆਇਆ ਜੀ ਹੈ 85 ਦਿਨ ਤੇ ਸਾਡਾ ਮੁੰਡਾ ਲਾ ਕੇ ਆਇਆ ਜੀ ਮੇਰਾ ਕਿਹੜਾ ਬਈ ਇਤਰਾ ਬਣਿਆ ਆ ਖੜਾ ਸਾਹਮਣੇ ਪੂਰੇ ਆ ਜਾ ਫਿਰ ਤੂੰ ਆ ਜਾ ਕਮਾਲ ਹੋ ਗਈ ਕੀ ਫਰਕ ਪੈਂਦਾ ਕਿੰਨੇ ਦਿਨ ਹੈ ਭਰਾ 85 ਦਿਨ ਬਈ ਹੋਰ ਇਹਨਾਂ ਤੋਂ ਕੀ ਉਮੀਦ ਭਾਲਦੇ ਹੋ ਦੱਸੋ ਬਈ ਜੇ 85 ਦਿਨਾਂ ਚ ਇਹਨਾਂ ਦੀ ਨੀਂਦ ਨਹੀਂ ਨਾ ਜਾਗੀ ਇਹ ਤੋਂ ਬਾਅਦ ਜਾਗ ਰਹੀ ਨਹੀਂ ਨੌਕਰੀ ਪਤਾ ਕੌਣ ਲੱਗਦਾ ਨੌਕਰੀ ਲੱਗਿਆ ਰਣਜੀਤ ਸਿੰਘ ਬਿੱਟੂ ਦਾ ਭਰਾ ਪਹਿਲਾ ਡੀਐਸਪੀ ਜਿਹੜਾ ਤਰਸਦੇ ਆਧਾਰ ਤੇ ਗਰੀਬ ਸੀ ਨਾ ਵਾਲਿਓ ਜਲਾਲਾਬਾਦ ਇਲੈਕਸ਼ਨ ਲੜਨਾ ਹੈ ਸੁਖਬੀਰ ਨਾਲ ਯਾਰੀ ਪਕਾਉਣ ਵਾਸਤੇ ਆਇਆ ਕਿ ਨਹੀਂ ਨਾਲੇ ਸਾਡੇ ਤੇ ਸਿਆਪਾ ਪਾਇਆ ਇੱਥੇ ਆ ਕੇ ਸਰਕਾਰ ਬਣ ਗਈ ਪਹਿਲੀ ਕੈਬਨਿਟ ਦੀ ਮੀਟਿੰਗ ਸੀ 16 ਅਪ੍ਰੈਲ ਨੂੰ ਉਹਦੇ ਪਤੀ ਕੌਣ ਲੱਗਿਆ ਨੌਕਰੀ ਬੇਅੰਤ ਸਿੰਘ ਦਾ ਪੋਤਾ ਸਰਦਾਰ ਰਣਜੀਤ ਸਿੰਘ ਬਿੱਟੂ ਦਾ ਛੋਟਾ ਭਰਾ ਇੱਕ ਭਰਾ ਐਮਪੀ ਹੋਵੇ ਇੱਕ ਭਰਾ ਐਮਐਲਏ ਹੋਵੇ ਇੱਕ ਬੇਰੁਜ਼ਗਾਰ ਫਿਰਦਾ ਸੀ ਨਾ ਵਿਚਾਰਾ ਗਰੀਬ ਬੜਾ ਆ ਜਾ ਕੇ ਠੋਕਿਆ ਡੀਐਸਪੀ ਨਜ਼ਾਰੇ ਲੈਂਦਾ ਪਰ ਤੁਹਾਡੇ ਟੈਂਕੇ ਚੜੇ ਫਿਰਦੇ ਇਹ ਵੀਰੇ ਆਪਾਂ ਹੀ ਆ ਜਿਹੜੇ ਚੱਲੀ ਜਾਂਦੇ ਆ ਕਿਉਂ ਜੀ ਉਹਨੂੰ ਲੋੜ ਬੜੀ ਸੀ ਨਾ ਨੌਕਰੀ ਸਾਡੇ ਤਾਂ ਲੋੜ ਹੈ ਹੀ ਨਹੀਂ ਕਰੇ ਰੁਜ਼ਗਾਰ ਹੀ ਬੜਾ ਸਾਡੇ ਹਾਂ ਫਿਰ ਨੌਕਰੀ ਪਤਾ ਕਿਹਨੂੰ ਦਿੱਤੀ ਫਿਰ ਦਿੱਤੀ ਫਤਿਹ ਸਿੰਘ ਬਾਜਵੇ ਦੇ ਮੁੰਡੇ ਨੂੰ ਜਿਹੜਾ ਹੁਣ ਯਾਰੀ ਛੱਡ ਕੇ ਦੂਜੇ ਪਾਸੇ ਬੀਜੇਪੀ ਚ ਰਲ ਗਿਆ ਉਹਦੇ ਨਾਲ ਪੂਰੀ ਯਾਰੀ ਪਗਈ ਉਹ ਪਤਾ ਕੀ ਕਹਿੰਦਾ ਗੁੱਲਰ ਜਿਹਾ ਨਿਕਲਿਆ ਕਹਿੰਦਾ ਜੀ ਉਹ 1.5 ਕਰੋੜ ਦੀ ਗੱਡੀ ਤੇ ਜਾਂਦਾ ਕਹਿੰਦਾ ਜੀ ਅਸੀਂ ਸਾਡੇ ਵਰਗੇ ਮੁੰਡੇ ਲੱਗਣਗੇ ਤਾਂ ਕਰਪਸ਼ਨ ਬੰਦ ਹੋ ਜੂਗੀ ਹੋ ਮਾਂ ਦੇ ਪੁੱਤੋਂ ਸਾਰਾ ਪੰਜਾਬ ਲੁੱਟ ਕੇ ਖਾ ਗਏ ਪਿਓ ਪੁੱਤਰ ਤੁਹਾਡੇ ਕਿਉਂ ਵੀ 8 ਵਾਰੀ ਐਮਐਲਏ ਰਹਿ ਗਏ ਜੇ ਉਦਾਂ ਤੋਂ ਦਿਹਾੜੀਆਂ ਤੇ ਪੁੱਤਰ ਫਿਰ ਤੈਨੂੰ ਵੇਖਦੇ ਕਿਵੇਂ ਆਉਂਦਾ ਸੀ ਕਿਉਂ ਵੀ ਫਿਰ ਨੌਕਰੀ ਦਿੱਤੀ ਤਹਿਸੀਲਦਾਰ ਦੀ ਲੁਧਿਆਣੇ ਵਾਲੇ ਐਮਐਲਏ ਦੇ ਮੁੰਡੇ ਨੂੰ ਉਹ ਵੀ ਬੜਾ ਗਰੀਬ ਸੀ 6 ਵਾਰੀ ਐਮਐਲਏ ਰਿਹਾ ਸੀ ਤਾਂ ਦੇ ਦਿੱਤੀ ਹੁੰਦੀ ਇਹ ਹੁਣ ਤੁਸੀਂ ਆਪ ਦੇਖ ਲਓ ਹਾਂ ਬਾਪੂ ਗਰੀਬਾਂ ਨੂੰ ਮਿਲਣਾ ਬੰਦੇ ਹੈ ਬੜਕ ਮਾਰੋ ਬਾਪੂ ਹੱਥ ਤਾੜੀ ਮਾਰ ਦਿਓ ਸੋ ਗੱਲ ਇਹ ਹੈ ਕੇਜਰੀਵਾਲ ਨੇ ਇੱਕ ਅਨਾਉਂਸਮੈਂਟ ਕੀਤੀ ਪੜਾਈ ਦੀ ਬਈ ਜਿੰਨਾ ਤਾਈਂ ਸਾਡਾ ਜਵਾਕ ਪੜ੍ਹਨਾ ਚਾਹੁੰਦਾ ਬੀਏ ਐਮਏ ਤਾਂ ਆਪਾਂ ਸੁਣਦੇ ਹੀ ਆ ਉਹ ਤਾਂ ਡਾਕਟਰੀ ਆਪਣੇ ਆਸੇ ਗਰੀਬਾਂ ਸੇ ਸੁਪਨੇ ਹੀ ਵੀ ਸਾਡਾ ਜਵਾਕ ਡਾਕਟਰ ਬਣ ਜੂਗਾ ਜਿੰਨਾ ਤਾਈਂ ਤੁਹਾਡਾ ਜਵਾਕ ਤੁਹਾਡੀ ਬੇਟੀ ਪੜ੍ਹਨਾ ਚਾਹੂਗੀ ਉਦੋਂ ਤੱਕ ਪੰਜਾਬ ਸਰਕਾਰ ਉਹਦਾ ਖਰਚਾ ਭਰੂਗੀ 1 ਰੁਪਿਆ ਨਹੀਂ ਲੱਗਦਾ ਚਾਹੇ ਡਾਕਟਰੀ ਕਰਾ ਲਓ ਚਾਹੇ ਇੰਜੀਨੀਅਰਿੰਗ ਕਰਾ ਲਓ ਚਾਹੇ ਬੀਐਸਸੀ ਤੇ ਐਗਰੀਕਲਚਰ ਕਰਾ ਲਓ ਸਾਰੇ ਦਾ ਸਾਰਾ ਖਰਚਾ ਪੰਜਾਬ ਸਰਕਾਰ ਭਰੂਗੀ ਜਿੱਦੇ ਝਾੜੂ ਦੀ ਸਰਕਾਰ ਜਵਾਕਾਂ ਦੇ ਤਾੜੀ ਮਾਰ ਦਿਓ ਰੱਬ ਦਾ ਵਾਸਤਾ ਫਿਰ ਇਹ ਤੋਂ ਵੱਡੀ ਅਨਾਉਂਸਮੈਂਟ ਜਿਹੜੇ ਸਾਡੇ ਗਰੀਬ ਬੱਚੇ ਨੇ ਗਰੀਬ ਪਰਿਵਾਰ ਦੇ ਬੱਚੇ ਆ ਜੇ ਬੱਚਾ ਏਡਾ ਕਾਬਲ ਹੈ ਤੁਹਾਡਾ ਫੋਰਨ ਪੜ੍ਹਨਾ ਚਾਹੁੰਦਾ ਹੈ ਉਹ ਵੀ ਸਾਰਾ ਖਰਚਾ ਪੰਜਾਬ ਸਰਕਾਰ ਦੇਊਗੀ ਜਿੱਦੇ ਝਾੜੂ ਦੀ ਸਰਕਾਰ ਹੋ ਤੇ ਉਦੋਂ ਵੱਡੀ ਸਹੂਲਤ ਜਿਹੜਾ ਸਭ ਤੋਂ ਰੋਜ਼ ਦਾ ਆਪਣਾ ਸਿਆਪਾ ਪਿਆ ਰਹਿੰਦਾ ਕਦੇ ਸੁਵਿਧਾ ਸੈਂਟਰ ਜਾ ਕੇ ਕਿਤੇ ਜਾ ਜੇ ਬਾਬੇ ਨਾਨਕ ਨੇ ਮੌਕਾ ਦਿੱਤਾ ਤੇ ਅਫਸਰ ਤੁਹਾਡੇ ਘਰੇ ਫਾਰਮ ਭਰਨਾ ਕਰੇਗਾ ਤੁਹਾਨੂੰ ਸੁਵਿਧਾ ਸੈਂਟਰ ਤੇ ਲੈਣਾ ਸੀ ਲੱਗਣ ਦਿੰਦਾ ਇਹ ਤੁਹਾਡੇ ਪੁੱਤ ਦਾ ਵਾਦਾ ਤੁਹਾਡਾ ਜਿਹੜੇ ਮੇਰੇ ਭਰਾ ਖੜੇ ਆ ਨਾ ਬਈ
ਜੇ ਤੁਹਾਡੇ ਵਾਸਤੇ ਕਰਿਆ ਨਾ ਗਿਆ ਮੈਥੋਂ ਕੁਝ ਤੇ ਅਗਲੀ ਵਾਰੀ ਝਾੜੂ ਲੈ ਕੇ ਮੇਰੇ ਮਗਰ ਲੱਗ ਜਾ ਜੇ ਤੁਹਾਡੇ ਤੋਂ ਵੋਟ ਮੰਗਣੀ ਉਦੋਂ ਜੇ ਕੰਮ ਕਰੂੰਗਾ ਤਾਂ ਵੋਟਾਂ ਮੰਗਾਉਂਗਾ ਐਡਾ ਵੀ ਮੇਰਾ ਜ਼ਮੀਰ ਨਹੀਂ ਮਰਿਆ ਜੇ ਮੈਨੂੰ ਪੈਸੇ ਨਹੀਂ ਨਾ ਖਰੀਦ ਸਕੇ ਇਹਨਾਂ ਦੇ ਕਾਂਗਰਸੀਆਂ ਦੇ ਜਾਂ ਦੂਜਿਆਂ ਦੇ ਤੇ ਫਿਰ ਵੀ ਐਡਾ ਮੇਰਾ ਜ਼ਮੀਰ ਬਾਬੇ ਨੇ ਮੈਨੂੰ ਬਹੁਤ ਦਿੱਤਾ ਖਾਣ ਪੀਣ ਨੂੰ ਬਹੁਤ ਕੁਝ ਹੈ ਰੱਬ ਨੇ ਦਿੱਤਾ ਇੱਜ਼ਤ ਮਾਨ ਵੀ ਬਹੁਤ ਦਿੱਤਾ ਜੇ ਅੱਜ ਕੇਜਰੀਵਾਲ ਨੇ ਸੁਖਬੀਰ ਬਾਦਲ ਨੂੰ ਲੜਨ ਲੋੜ ਕੋਲ ਕਿਹੜਾ ਬੰਦੇ ਨਹੀਂ ਸੀਗਾ ਜਿਹਨੂੰ ਮਰਜ਼ੀ ਬਣਾ ਦਿੰਦੀ ਪਾਰਟੀ ਕਿਉਂ ਜੀ ਪਰ ਘੱਟੋ ਘੱਟ ਤੁਹਾਡੇ ਪੁੱਤ ਚ ਨਹੀਂ ਜਾਣਦਾ ਸੀ ਵੀ ਸੁਖਬੀਰ ਨਾਲ ਲੜਨ ਦੀ ਕਿਉਂ ਜੀ ਮੈਨੂੰ ਕੋਈ ਗੱਲ ਨਹੀਂ ਕਹਿੰਦਾ ਯਾਰ ਤੂੰ ਬੋਲਦਾ ਬੜਾ ਇਹਨਾਂ ਦੇ ਉਲਟ ਤੇ ਮੈਂ ਕਿਹਾ ਕੀ ਕਰਾਂ ਅੰਦਰ ਜਾ ਕੇ ਲੁੱਕ ਜਾਵਾਂ ਨਾ ਬੋਲਣਾ ਤਾਂ ਕਿਉਂ ਬਈ ਇਲੈਕਸ਼ਨ ਲੜੀ ਹੈ ਨਾ ਇਲੈਕਸ਼ਨ ਤਾਂ ਇਲੈਕਸ਼ਨ ਹੀ ਹੈ ਮੈਂ ਕਿਹਾ ਜੀ ਅੱਜ ਆਦੇ ਲੋਕਾਂ ਦੀ ਲੜਾਈ ਨਹੀਂ ਲੜੂੰਗਾ ਹੋਰ ਕਿਦੋਂ ਲੜਾਂਗਾ ਦੱਸੋ ਬਈ ਜਦੋਂ ਨਿਬੜ ਗਿਆ ਕੰਮ ਜਿਹੜੇ ਬੰਦੇ ਤੁਹਾਡੇ ਪਿੰਡ ਪੀਣ ਦਾ ਪਾਣੀ ਆਉਂਦਾ ਨਹੀਂ ਕਿ ਛੱਕੜੇ ਤੇ ਆਉਂਦਾ ਹੈ ਇੱਕ ਵਾਰੀ ਇਹ ਕਾਲੀ ਚੜਾਓਗਾ ਛੱਕੜੇ ਅੰਦਰ ਕੇ ਜਾਓ ਕਾਕਾ ਜੀ ਲਿਆਓ ਪਾਣੀ ਤੁਹਾਨੂੰ ਪਤਾ ਲੱਗੇ ਯਾਰ ਸ਼ਰਮ ਆਉਣੀ ਚਾਹੀਦੀ ਹੈ ਸੁਖਬੀਰ ਬਾਦਲ ਦਾ ਹਲਕਾ ਹੋਵੇ ਤੇ ਪੀਣ ਵਾਲਾ ਪਾਣੀ ਲੋਕ ਛੱਕੜੇ ਤੇ ਮੁੱਲ ਲੈਂਦਾ ਫਿਰ ਇਹ ਤੋਂ ਬਾਅਦ ਕੀ ਉਮੀਦ ਕਰੋਗੇ ਇਹਨਾਂ ਤੋਂ ਯਾਰ ਦੱਸੋ ਬਈ ਹੁਣ ਫੈਸਲਾ ਤੁਹਾਡਾ ਤੁਹਾਡੇ ਹੱਥ 'ਚ ਹੈ ਤੇ ਕਰਨਾ ਵੀ ਤੁਸੀਂ ਇਲਾਜ ਹੈ ਫਿਰ ਤੁਹਾਡੇ ਕੋਲ ਇੱਕ ਰਾਤ ਪਹਿਲਾਂ ਆਉਣਗੇ ਬੜੇ ਹੱਥ ਕੰਡੇ ਵਰਤਣਗੇ ਬੋਤਲਾਂ ਵੀ ਲਿਆਉਣਗੇ ਰੰਗ ਬਰੰਗੀਆਂ ਚੰਗੀ ਪੀਣੀ ਮਾੜੀ ਨਹੀਂ ਪੀਣੀ ਹਾਂ ਮੈਂ ਤੁਹਾਨੂੰ ਟੀਵੀ ਦੇ ਸਾਹਮਣੇ ਕਹਿ ਕੇ ਚੱਲਿਆ ਚੰਗੀ ਲੈਣੀ ਹੈ ਬੜਾ ਮਾਲ ਲੁੱਟਿਆ ਭਰਾਵੇ ਇਹਨਾਂ ਨੇ 4 ਦਿਨ ਨਜ਼ਾਰੇ ਲੈ ਲਏ ਖੁੱਲੀ ਛੂਟ ਫੁੱਲ ਹੈ ਯਾਰੀ ਪਕਾਉਣੀ ਪੂਰੀ ਜਿਵੇਂ ਇਹਨਾਂ ਨੇ 5 ਸਾਲ ਕੀਤੀ ਨਾ ਆਪਣੇ ਨਾਲ 5 ਦਿਨ ਆਪਾਂ ਪੂਰੀ ਯਾਰੀ ਰੱਖਣੀ ਹੈ ਫਿਰ ਜਿਹੜਾ ਮਾਲ ਮੁੱਲ ਦੇਣ ਬੜੇ ਕਰੜੇ ਰਹਿਣਾ ਵੀ ਇਹਨੇ ਨਾਲ ਨਹੀਂ ਗੁਜ਼ਾਰਾ ਹੋਣਾ ਹੈ ਕਿ ਝਾੜੂ ਦੀ ਬੜੀ ਗੱਲਬਾਤ ਹੈ ਫਿਰ ਹੋਰ ਕੱਢਣਗੇ ਉਹਨਾਂ ਦੀ ਸ਼ਰਾਬ ਨੂੰ ਤਾਂ ਅਸੀਂ ਚੰਗੀ ਉਹ ਨਹੀਂ ਚਾਚਾ ਖੜ ਜਾ ਐਵੇਂ ਨੁਕਸਾਨ ਨਾ ਕਰਾ ਦੀ ਸਾਰੀਆਂ ਉਂਗਲਾਂ ਬਰਾਬਰ ਨਹੀਂ ਹੁੰਦੀਆਂ 5 ਉਂਗਲਾਂ ਮਾੜਾ ਮੋਟਾ ਹੋ ਜਾਂਦਾ ਤਾੜ ਫੜ ਇਹ ਉਹਨਾਂ ਵਾਸਤੇ ਤੁਹਾਡੇ ਵਾਸਤੇ ਨਹੀਂ ਕਿਉਂ ਬਈ ਜਿਹੜਾ ਆਵੇ ਸੋ ਰਾਜੀ ਹੋ ਕੇ ਜਾਵੇ ਨਾਲੇ ਇੱਕ ਦਿਨ ਪਹਿਲਾਂ ਮੰਤਰ ਕਰਦੇ ਨੇ ਤੁਹਾਡੀ ਕਿੰਨੀਆਂ ਵੋਟਾਂ 5 ਆ ਲਓ ਜੀ ਤੁਹਾਡਾ ਖਿਆਲ ਰੱਖਦੇ ਫਿਰ ਕਰਕੇ 100 ਪਾਓ ਜੇ ਕੈਪਟਨ ਮਹਿੰਦਰ ਸਿੰਘ ਨੂੰ ਗੁਟਕਾ ਚੱਕ ਕੇ ਕੁਝ ਨਹੀਂ ਹੋ ਸਾਨੂੰ ਕੀ ਹੋ ਜੂਗਾ ਦੱਸ ਭਾਈ ਸਾਰੇ ਕਾਂਗਰਸੀ ਨਾਲ ਸੋਇਆ ਕੋਈ ਇਹਨੂੰ ਛੋਟਾ ਨਿਆਰਾ ਲੈਂਦਾ ਫਿਰਦਾ ਕਿ ਲੈਂਦਾ ਬੜਕਾ ਮਾਰਦਾ ਫਿਰਦਾ ਅੱਗੇ ਕਾਂਗਰਸੀ ਨਾਲ ਯਾਰੀ ਸੀ ਹੁਣ ਮੋਦੀ ਨਾਲ ਯਾਰੀ ਪਈ ਫਿਰਦਾ ਵਾਹ ਛੋਟੇ ਐਵੇਂ ਸਵਾ ਸਵਾ ਡਰ ਕੰਮ ਠੀਕ ਰੁਕੀ ਹੈ ਬਾਬੇ ਨਾਲ ਦੀ ਕਿਰਪਾ ਹੀ ਹੈ ਪੂਰੀ ਨਾਲ ਰੱਬ ਦਾ ਆਪਣੇ ਤੋਂ ਕਰਾਈ ਜਾਂਦਾ 100 ਵੀ ਚੱਕਣੀ ਹੈ ਤੇ 4 ਉਂਗਲਾਂ ਦੀ ਚੱਕਣੀ 5ਵੀਂ ਦੀ ਚੱਕਣੀ 5ਵੀਂ ਦਾ ਦਸਰਾ ਝਾੜੂ ਦਾ ਆਪਣਾ ਆਪਾਂ ਲਿਆ ਕੇ ਸੋ ਇਸ ਕਰਕੇ ਜੇ ਤਾਂ ਜਵਾਕਾਂ ਦਾ ਸੁੱਖ ਚਾਹੁੰਦੇ ਹੋ ਬਈ ਜੇ ਤਾਂ ਆਦੇ ਘਰ ਦੀ ਤਰੱਕੀ ਥੋੜੀ ਜਿਹੀ ਵੀ ਚਾਹੁੰਦੇ ਹੋ ਤੇ ਆਦੇ ਮਾਂ ਪਿਓ ਦਾ ਚੰਗਾ ਫ੍ਰੀ ਇਲਾਜ ਚਾਹੁੰਦੇ ਹੋ ਹੋਰ ਵੀ ਬਿਜਲੀ ਪਾਣੀ ਤੋਂ ਛੁੱਟੀ ਤਾਂ ਮਿਲ ਜੂਗੀ ਜੇ ਮੈਥੋਂ ਪਾਣੀ ਵੀ ਨਾ ਤੁਹਾਡਾ ਲਿਆਇਆ ਗਿਆ ਚਾਚਾ ਫਿਰ ਮੇਰਾ ਜਲਾਲਾਬਾਦ ਜੰਮੇ ਦਾ ਫਾਇਦਾ ਨਹੀਂ ਹੈ ਚਿੰਤਾ ਨਾ ਕਰ ਬਾਬਾ ਨਾਲ ਕਿਰਪਾ ਕਰੂਗਾ ਇੱਕ ਹੀ ਮੌਕਾ ਦੇ ਦਿਓ ਬਸ ਫਰਕ ਇੰਨਾ ਹੀ ਉਹ 25 ਦੀ ਗੱਡੀਆਂ ਤੇ ਉਹਦਾ ਮੇਰੇ ਕੋਲ ਤਾਂ ਆਪਣੀ ਇੱਕੋ ਹੀ ਹੈ ਬਸ ਉਹਦੇ ਤੇ ਕੰਮ ਚਲਾਈ ਫਿਰਦਾ ਹਾਂ ਸਹੀ ਹੈ ਨਾ ਤੇ ਜੇ ਇੱਕ ਮੌਕਾ ਦੇਤਾ ਦੁਨੀਆ ਦੇ ਲੋਕੀ ਖੜ ਵੇਖਣਗੇ ਜਲਾਲਾਬਾਦ ਵਾਲੇ ਮੁੰਡੇ ਨੂੰ ਤੁਹਾਡੇ ਬਦੌਲਤ ਬਸ ਉਹ ਕਹਿਣਗੇ ਬਾਈ ਇਹਨਾਂ ਨੇ ਸੁਖਬੀਰ ਬਾਦਲ ਢਾਇਆ ਵੇਖ ਲਓ ਜਲਾਲਾਬਾਦ ਵਾਲੇ ਕਿਉਂ ਨਹੀਂ ਉਹਦੇ ਵੇਖੀ ਕ੍ਰਿਸ਼ਮਾ ਹੁੰਦਾ ਮੈਨੂੰ ਕੇਜਰੀਵਾਲ ਸਾਹਿਬ ਕਹਿੰਦੇ ਵੀ ਆਪਾਂ ਲੜ ਲਾਂਗੇ ਮੈਂ ਕਹੀ ਤੁਸੀਂ ਇੱਕ ਟੋਚਰ ਫਸਾ ਦਿਓ ਬਸ ਬਾਕੀ ਬਾਬਾ ਨਾਲ ਕਿਰਪਾ ਹੀ ਕਰੂਗਾ ਜੇ ਸੁਖਬੀਰ ਬਾਦਲ ਐਤਕੀ ਹਾਰ ਪਾ ਕੇ ਚਲੇ ਤਾਂ ਮੈਨੂੰ ਕਹਿੰਦੇ ਜਾਂਦਾ ਨਹੀਂ ਭੁੱਲ ਜੋ ਇੱਕ ਤਾਂ ਦਿੱਤਾ ਮੈਂ 50 ਉਹ ਸਿਆਣੇ ਕਹਿੰਦੇ ਸੀ ਨਾ ਆਵਲੇ ਦਾ ਖਾਦਾ ਤੇ ਸਿਆਣੇ ਦਾ ਕਿਆ ਲੇਟ ਪਤਾ ਲੱਗਦਾ ਹੈ ਇੱਕ ਤਾਂ ਮੋਕ ਮਾਰ ਗਿਆ ਵਿੱਚ ਹੀ ਯਾਰੀ ਪਟਾਉਣ ਵਾਸਤੇ ਕਿਰਿਆ ਤੇ ਕੀ ਕਰੀ ਕਾਬੂ ਆ ਜਾਂਦਾ ਸੇਠ ਬੜੇ ਨਜ਼ਾਰੇ ਆਉਂਦੇ ਸੀ ਨਹੀਂ ਆਵਲਾ ਸਾਹਿਬ ਸੋ 20 ਤਰੀਕ ਹੈ ਤੁਹਾਡੀ ਜ਼ਿੰਦਗੀ ਦਾ ਫੈਸਲਾ ਜੀ 20 ਤਰੀਕ ਬੜੀ ਕੀਮਤੀ ਤਰੀਕ ਹੈ 20 ਫਰਵਰੀ ਨੂੰ ਜਾਂ ਤਾਂ ਇਤਿਹਾਸ ਲਿਖਿਆ ਜਾਊਗਾ ਵੀ ਦੁਨੀਆ ਨੇ ਲੋਕੀ ਕਹਿੰਦੇ ਨੇ ਪੈਸੇ ਹਾਰ ਨਹੀਂ ਸਕਦੇ 20 ਤਰੀਕ ਨੂੰ ਪੈਸੇ ਵੀ ਹਾਰਨਗੇ ਗੱਲ ਯਾਦ ਰੱਖੇ ਗਾਂਧੀ ਜੀ ਕਹਿੰਦੇ ਨੇ ਬੜੀ ਤਾਕਤ ਹੈ ਐਤਕੀ ਗਾਂਧੀ ਵੀ ਹਾਰ ਜਾਣਾ ਇਹ ਗੱਲ ਯਾਦ ਰੱਖਿਆ ਜਾਂ ਤਾਂ ਆ ਜਲਾਲਾਬਾਦ ਆ ਪਿੰਡ ਹੈ ਕਿਸੇ ਦੇ ਨਾਲੇ ਜਿਹੜੇ ਚੁਟਕੇ ਤੁਸੀਂ ਵੇਖੇ ਕਿ ਨਹੀਂ ਵੇਖੇ ਨਿਕਰੀਆਂ ਨੇ ਇੱਕ ਵਾਰੀ ਮੈਂ ਫਿਰ ਵਿਖਾਉਂਦਾ ਬਾਬਾ ਨੇ ਵੇਖੇ ਮੌਕਾ ਦੇ ਦਿਓ ਬਸ ਇੰਨੀ ਥੋੜੀ ਧੰਨਵਾਦ ਹੈ ਤੇ ਮੇਰੇ ਭਰਾ ਨੂੰ ਅੱਜ ਮੁਬਾਰਕਾਂ ਫੌਜੀ ਸਾਹਿਬ ਨੂੰ ਭਾਈ ਹੁਣ ਤਗੜਾ ਕੇ ਮਤਬਰਾਦੀ ਕੇ ਸੰਗਾਲਾ ਨਾ ਪਵਾ ਦੇ ਕਿਉਂ ਵੀ ਸੁਣਦੇ ਕਿ ਭਰਾਵਾਂ ਦਾ ਜਿਨ੍ਹਾਂ ਨੇ ਅੱਜ ਤਾਈਂ ਆਮ ਆਦਮੀ ਪਾਰਟੀ ਦਾ ਕਿੱਥੇ ਆਇਆਗਾ
ਇਹ ਭਰਾਵਾਂ ਨੇ ਅੱਜ ਤਾਈਂ ਆਮ ਆਦਮੀ ਪਾਰਟੀ ਦਾ ਬੂਟਾ ਜਿੰਦਾ ਰੱਖਿਆ। ਇਹਨਾਂ ਸੇ ਤਾੜੀ ਮਾਰੋ। ਇੱਕ ਵਾਦਾ ਬਈ ਸਾਰੀ ਜ਼ਿੰਦਗੀ ਤੁਹਾਡਾ ਸਾਥ ਵੀ ਰਹੂਗਾ ਤੇ ਤੁਹਾਡੀ ਮੁੱਛ ਵੀ ਉੱਤੇ ਰਹੂਗੀ। ਝਾੜੂਆਂ ਦੇ ਭੁਲੇਖਾ ਕੱਢ ਦਿਓ। ਕਿਉਂ ਜੀ? ਠੀਕ ਹੈ ਗੱਲ ਕਿ ਗੱਲ ਕਰ? ਤੁਹਾਡਾ ਸਾਰਿਆਂ ਦਾ ਧੰਨਵਾਦ। ਬੋਲੇ ਸੋਹਣੇ